ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਮ ਰਾਜਵੀਰ ਕੌਰ ਹੈ। ਮੈਂ ਬਾਬਾ ਨਾਮਦੇਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮਾਣ ਜ਼ਿਲ੍ਹਾ ਗੁਰਦਾਸਪੁਰ ਵਿਖੇ ਬਤੌਰ ਪੰਜਾਬੀ ਅਧਿਆਪਿਕਾ ਸੇਵਾ ਨਿਭਾ ਰਹੀ ਹਾਂ। ਅੱਜ ਅਸੀਂ 11ਵੀਂ ਜਮਾਤ ਦੇ 94ਵੀਂ ਪੰਜਾਬੀ ਵਿਸ਼ੇ ਦੇ ਪਾਠਕ੍ਰਮ ਵਿੱਚ ਸ਼ਾਮਿਲ ਪੰਜਾਬੀ ਭਾਸ਼ਾ ਬੋਧ ਪਾਠ ਪੁਸਤਕ ਵਿੱਚ ਦਰਜ ਪੰਜਾਬੀ ਦੀਆਂ ਉਪਬੋਲੀਆਂ ਮਾਝੀ, ਮਲਵਈ, ਪੁਆਧੀ ਅਤੇ ਦੁਆਬੀ ਸ਼ਬਦਾਵਲੀ ਦੇ ਪੰਜਾਬੀ ਰੂਪਾਂਤਰਣ ਬਾਰੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਭਾਸ਼ਾ ਅਤੇ ਪੰਜਾਬੀ ਭਾਸ਼ਾ ਬਾਰੇ। ਭਾਸ਼ਾ ਲੋਕ ਜੀਵਨ ਦਾ ਇੱਕ ਅਹਿਮ ਅੰਗ ਹੈ। ਇਹ ਮਨੁੱਖੀ ਸੱਭਿਅਤਾ ਦਾ ਸਭ ਤੋਂ ਵੱਧ ਕੀਮਤੀ ਸਰਮਾਇਆ ਹੈ। ਮਨੁੱਖ ਜਾਤੀ ਦੀ ਹੋਂਦ ਹੀ ਭਾਸ਼ਾ ਦੇ ਸਹਾਰੇ ਖੜੀ ਹੈ। ਇਨਸਾਨ ਦੀ ਬੁੱਧੀ ਅਤੇ ਸਿਆਣਪ ਭਾਸ਼ਾ ਰਾਹੀਂ ਹੀ ਹੋਂਦ ਵਿੱਚ ਆਏ ਹਨ। ਭਾਸ਼ਾ ਕਰਕੇ ਹੀ ਇੱਕ ਮਨੁੱਖ ਆਪਣੇ ਘਰ ਨਾਲ, ਆਪਣੇ ਭਾਈਚਾਰੇ ਨਾਲ, ਆਪਣੇ ਆਂਢ ਗੁਆਂਢ ਨਾਲ, ਆਪਣੇ ਰਿਸ਼ਤੇਦਾਰਾਂ ਨਾਲ ਅਤੇ ਆਪਣੇ ਆਲੇ ਦੁਆਲੇ ਦੇ ਹੋਰ ਲੋਕਾਂ ਨਾਲ ਸਾਂਝ ਸਥਾਪਿਤ ਕਰਦਾ ਹੈ। ਇਹ ਸਾਂਝ ਬਣਾਉਣ ਲਈ ਉਹ ਦੋ ਤਰੀਕੇ ਅਪਣਾਉਂਦਾ ਹੈ, ਇੱਕ ਬੋਲ ਕੇ ਅਤੇ ਦੂਜਾ ਲਿਖ ਕੇ। ਇਸ ਪ੍ਰਕਾਰ ਭਾਸ਼ਾ ਉਹ ਸਾਧਨ ਹੈ ਜਿਸ ਰਾਹੀਂ ਮਨੁੱਖ ਆਪਣੇ ਵਿਚਾਰ ਅਤੇ ਭਾਵ ਦੂਜਿਆਂ ਤੱਕ ਪਹੁੰਚਾਉਂਦਾ ਹੈ। ਪੰਜਾਬੀ ਪੰਜਾਬ ਦੀ ਲੋਕ ਭਾਸ਼ਾ ਹੈ। ਸਾਨੂੰ ਮਾਂ ਦੇ ਦੁੱਧ ਨਾਲ ਇਸ ਦੀ ਗੁੜਤੀ ਮਿਲੀ ਹੈ। ਸਾਡਾ ਸਾਰਾ ਨਿੱਤ ਕਰਮ, ਕਾਰ ਵਿਹਾਰ, ਪੜ੍ਹਾਈ, ਰਸਮਾਂ ਰੀਤਾਂ, ਮੇਲੇ ਤਿਉਹਾਰ, ਗੀਤ ਸੰਗੀਤ ਅਤੇ ਕਿੱਸੇ ਕਹਾਣੀਆਂ ਸਭ ਇਸ ਦੇ ਆਸਰੇ ਹੀ ਚੱਲਦੇ ਹਨ। ਸਾਡਾ ਸਾਰਾ ਪਰਿਵਾਰ, ਭਾਈਚਾਰਾ ਅਤੇ ਸੱਭਿਆਚਾਰ ਇਸ ਦੇ ਆਸਰੇ ਹੀ ਉੱਭਰਦਾ ਹੈ। ਕਿਹਾ ਜਾਂਦਾ ਹੈ ਕਿ ਬੋਲੀ 12 ਕੋਹਾਂ 'ਤੇ ਬਦਲ ਜਾਂਦੀ ਹੈ। ਪੁਰਾਣੇ ਸਮਿਆਂ ਵਿੱਚ ਵਿਸ਼ੇਸ਼ ਭੂਗੋਲਿਕ ਸਥਿਤੀਆਂ ਹੋਣ ਕਾਰਨ ਅਤੇ ਆਵਾਜਾਈ ਦੀਆਂ ਸਹੂਲਤਾਂ ਨਾ ਹੋਣ ਕਾਰਨ ਇੱਕ ਖਿੱਤੇ ਦੇ ਲੋਕਾਂ ਦਾ ਦੂਸਰੇ ਖਿੱਤੇ ਦੇ ਲੋਕਾਂ ਨਾਲ ਕੋਈ ਬਹੁਤਾ ਮੇਲ ਜੋਲ ਨਹੀਂ ਹੁੰਦਾ ਸੀ। ਇਸ ਤੋਂ ਇਲਾਵਾ ਸੰਚਾਰ ਸਾਧਨਾਂ ਦਾ ਵੀ ਕੋਈ ਬਹੁਤਾ ਵਿਕਾਸ ਨਹੀਂ ਹੋਇਆ ਸੀ, ਜਿਸ ਕਾਰਨ ਇੱਕ ਪ੍ਰਾਂਤ ਜਾਂ ਇਲਾਕੇ ਵਿੱਚ ਲੋਕਾਂ ਦੁਆਰਾ ਬੋਲੀ ਜਾਣ ਵਾਲੀ ਭਾਸ਼ਾ ਵਿੱਚ ਉਚਾਰਨ ਅਤੇ ਸ਼ਬਦਾਵਲੀ ਦੇ ਪੱਖ ਤੋਂ ਥੋੜ੍ਹਾ ਬਹੁਤ ਅੰਤਰ ਜ਼ਰੂਰ ਹੁੰਦਾ ਸੀ। ਆਮ ਤੌਰ 'ਤੇ ਦਰਿਆ, ਸੰਘਣੇ ਜੰਗਲ, ਪਹਾੜ, ਰਾਜਸੀ ਅਤੇ ਆਰਥੀ ਕਾਰਨਾਂ ਆਦਿ ਵੀ ਭਾਸ਼ਾਈ ਭਿੰਨਤਾ ਕਾਇਮ ਰੱਖਣ ਵਿੱਚ ਸਹਾਇਕ ਸਿੱਧ ਹੁੰਦੇ ਸਨ। ਸੋ ਇੱਕ ਹੀ ਭਾਸ਼ਾ ਵਿੱਚ ਇਹਨਾਂ ਫਰਕਾਂ ਕਾਰਨ ਪ੍ਰਤੀਤ ਹੁੰਦੇ ਭਿੰਨ-ਭਿੰਨ ਰੂਪਾਂ ਨੂੰ ਉਸ ਭਾਸ਼ਾ ਦੀਆਂ ਉਪਭਾਸ਼ਾਵਾਂ ਕਿਹਾ ਜਾਂਦਾ ਹੈ। ਪੰਜਾਬੀ ਦੀਆਂ ਉਪਭਾਸ਼ਾਵਾਂ ਦਰਿਆ ਸਤਲੁਜ, ਬਿਆਸ, ਰਾਵੀ, ਚਨਾਬ ਅਤੇ ਜੇਹਲਮ ਆਦਿ ਦੇ ਇਲਾਕਿਆਂ ਵਿੱਚ ਪੈਦਾ ਹੋਈਆਂ ਹਨ। ਕਿਸੇ ਵੀ ਉਪਭਾਸ਼ਾ ਦਾ ਘੇਰਾ ਖਾਸ ਇਲਾਕੇ ਤੱਕ ਸੀਮਤ ਹੁੰਦਾ ਹੈ। ਹਰੇਕ ਉਪਭਾਸ਼ਾ ਦਾ ਆਪਣਾ ਉਚਾਰਨ, ਲਹਿਜਾ ਅਤੇ ਸ਼ਬਦਾਵਲੀ ਦਾ ਪੱਧਰ ਹੁੰਦਾ ਹੈ, ਪਰ ਉਹਨਾਂ ਵਿਚਲੇ ਵਿਆਕਰਨਿਕ ਨਿਯਮ ਸਮਾਨਤਾ ਦੇ ਪੱਧਰ 'ਤੇ ਵਿਚਰਦੇ ਹਨ। ਉਪਭਾਸ਼ਾ ਸ਼ਬਦ ਅੰਗਰੇਜ਼ੀ ਸ਼ਬਦ ਡਾਇਲੈਕਟ ਦਾ ਸਮਾਨਾਰਥੀ ਹੈ। ਸੰਸਾਰ ਵਿੱਚ ਉਪਭਾਸ਼ਾ ਦਾ ਸੰਕਲਪ 19ਵੀਂ ਸਦੀ ਦੇ ਅੰਤ ਵਿੱਚ ਹੀ ਉੱਭਰਿਆ। ਉਪਭਾਸ਼ਾ ਦਾ ਰੂਪ ਟਕਸਾਲੀ ਭਾਸ਼ਾ ਤੋਂ ਕਿਤੇ ਭਿੰਨ ਹੁੰਦਾ ਹੈ, ਪਰ ਇਹ ਇੰਨਾ ਭਿੰਨ ਨਹੀਂ ਹੁੰਦਾ ਕਿ ਉਸੇ ਭਾਸ਼ਾ ਦੀਆਂ ਹੋਰ ਉਪਭਾਸ਼ਾਵਾਂ ਬੋਲਣ ਵਾਲੇ ਲੋਕ ਉਸ ਨੂੰ
ਸਮਝ ਨਾ ਸਕਦੇ ਹੋਣ। ਪੰਜਾਬੀ ਦੇ ਵੱਖ-ਵੱਖ ਇਲਾਕਿਆਂ ਦੇ ਅਨੁਸਾਰ ਪੰਜਾਬੀ ਭਾਸ਼ਾ ਦੇ ਵੀ ਵੱਖ-ਵੱਖ ਰੂਪ ਹਨ, ਜਿਨ੍ਹਾਂ ਨੂੰ ਉਪ ਬੋਲੀਆਂ ਜਾਂ ਉਪ ਭਾਸ਼ਾਵਾਂ ਕਹਿੰਦੇ ਹਨ। ਇਹਨਾਂ ਨੂੰ 3 ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਪਹਿਲਾ ਹੈ ਭਾਰਤੀ ਪੰਜਾਬੀ ਜਾਂ ਪੂਰਬੀ ਪੰਜਾਬੀ ਦੀਆਂ ਉਪ ਬੋਲੀਆਂ, ਜੋ ਹਨ ਮਾਝੀ, ਮਲਵਈ, ਦੁਆਬੀ ਅਤੇ ਪੁਆਧੀ। ਦੂਸਰੀ ਵੰਡ ਹੈ ਪਾਕਿਸਤਾਨੀ ਪੰਜਾਬ ਜਾਂ ਲਹਿੰਦੀ ਭਾਵ ਪੱਛਮੀ ਪੰਜਾਬ ਦੀਆਂ ਉਪ ਬੋਲੀਆਂ, ਜੋ ਹਨ ਮੁਲਤਾਨੀ, ਪੋਠੋਹਾਰੀ, ਹਿੰਦਕੋ, ਝਾਂਗੀ ਜਾਂ ਬਾਰ ਦੀ ਬੋਲੀ, ਧੰਨੀ, ਅਵਾਨਕਾਰੀ। ਤੀਸਰੀ ਪ੍ਰਕਾਰ ਦੀ ਵੰਡ ਹੈ ਪਹਾੜੀ ਪੰਜਾਬੀ ਦੀਆਂ ਉਪ ਬੋਲੀਆਂ, ਜੋ ਹਨ ਪੁਣਸ਼ੀ, ਕਾਂਗੜੀ, ਡੋਗਰੀ ਭਾਵ ਜੰਮੂ ਵਾਲੀ। ਹੁਣ ਅਸੀਂ ਪੰਜਾਬੀ ਦੀਆਂ ਉਪ ਬੋਲੀਆਂ ਮਾਝੀ, ਮਲਵਈ, ਪੁਆਧੀ ਅਤੇ ਦੁਆਬੀ ਬਾਰੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਪੰਜਾਬੀ ਦੀ ਉਪ ਬੋਲੀ ਮਾਝੀ ਬਾਰੇ ਗੱਲਬਾਤ ਕਰਾਂਗੇ। ਮਾਝਾ ਦਾ ਮੂਲ ਅਰਥ ਮੱਧ ਦਾ, ਵਿਚਕਾਰ ਦਾ ਜਾਂ ਕੇਂਦਰੀ ਇਲਾਕਾ ਹੈ। ਇਸ ਇਲਾਕੇ ਨੂੰ ਅਣਵੰਡੇ ਪੰਜਾਬ ਦਾ ਕੇਂਦਰ ਹੋਣ ਕਾਰਨ ਮਾਝਾ ਨਾਮ ਦਿੱਤਾ ਗਿਆ ਹੈ। ਪਾਕਿਸਤਾਨ ਬਣਨ ਤੋਂ ਪਹਿਲਾਂ ਦੇ ਸਾਂਝੇ ਪੰਜਾਬ ਦੇ ਮੱਧ ਵਿੱਚ ਹੋਣ ਕਰਕੇ ਮਾਝੀ ਉਪ ਬੋਲੀ ਨੂੰ ਕੇਂਦਰੀ ਪੰਜਾਬੀ ਬੋਲੀ ਮੰਨਿਆ ਜਾਂਦਾ ਹੈ। ਇਹ ਖੇਤਰ ਰਾਵੀ ਅਤੇ ਬਿਆਸ ਦਰਿਆਵਾਂ ਦੇ ਵਿਚਕਾਰ ਸਥਿਤ ਹੈ। ਇਸ ਖੇਤਰ ਵਿੱਚ ਬੋਲੀ ਜਾਣ ਵਾਲੀ ਉਪ ਭਾਸ਼ਾ ਨੂੰ ਮਾਝੀ ਕਿਹਾ ਜਾਂਦਾ ਹੈ। ਮਾਝੀ ਉਪ ਭਾਸ਼ਾ ਜ਼ਿਲ੍ਹਾ ਸ਼੍ਰੀ ਅੰਮ੍ਰਿਤਸਰ ਸਾਹਿਬ, ਤਰਨਤਾਰਨ ਸਾਹਿਬ, ਗੁਰਦਾਸਪੁਰ, ਪਠਾਨਕੋਟ, ਬਟਾਲਾ, ਪਾਕਿਸਤਾਨ ਵਿੱਚ ਲਾਹੌਰ ਅਤੇ ਸਿਆਲਕੋਟ, ਬਿਆਸ ਦਰਿਆ ਦੇ ਦੁਆਲੇ ਦੇ ਨਾਲ ਲੱਗਦੇ ਇਲਾਕੇ ਵਿੱਚ ਬੋਲੀ ਜਾਂਦੀ ਹੈ। ਇਸ ਵਿੱਚ ਪੰਜਾਬੀ ਦੀਆਂ ਤਿੰਨੇ ਸੁਰਾਂ ਉੱਚੀ, ਨੀਵੀਂ ਤੇ ਸਾਵੀ ਉਚਾਰੀਆਂ ਜਾਂਦੀਆਂ ਹਨ। ਇਸ ਵਿੱਚ ਸ਼ਬਦਾਂ ਦੇ ਵਿਚਕਾਰ ਅਤੇ ਅੰਤ ਵਿੱਚ ਹਾਹਾ ਧੁਨੀ ਦਾ ਉਚਾਰਨ ਨਹੀਂ ਹੁੰਦਾ। ਇਸ ਵਿੱਚ ਸੰਯੋਗਾਤਮਕ ਬਣਤਰ ਜ਼ਿਆਦਾ ਹੈ, ਜਿਵੇਂ ਹੱਥੀਂ ਕੀਤਾ, ਘੋੜਿਓਂ ਉਤਰਿਆ, ਬੱਸੇ ਚੜ੍ਹਿਆ ਆਦਿ। ਮਾਝੀ ਉਪਭਾਸ਼ਾ ਭਾਵੇਂ ਟਕਸਾਲੀ ਪੰਜਾਬੀ ਦਾ ਆਧਾਰ ਹੈ, ਪਰ ਬੋਲਚਾਲ ਦੇ ਪੱਧਰ 'ਤੇ ਇਸ ਵਿੱਚ ਟਕਸਾਲੀ ਨਾਲੋਂ ਕਾਫੀ ਫਰਕ ਹੈ। ਜਿਵੇਂ ਮਾਝੀ ਵਿੱਚ ਆਪਾਂ ਕਹਿੰਦੇ ਹਾਂ ਕੀ ਕਰਨ ਡਿਆ ਹੈ, ਪਰ ਟਕਸਾਲੀ ਪੰਜਾਬੀ ਵਿੱਚ ਕੀ ਕਰ ਰਿਹਾ ਹੈ। ਬੋਲਚਾਲੀ ਮਾਝੀ ਵਿੱਚ ਕਿੱਥੇ ਜਾਣ ਡਿਆ ਏ, ਟਕਸਾਲੀ ਪੰਜਾਬੀ ਵਿੱਚ ਕਿੱਥੇ ਚੱਲਿਆ ਹੈ। ਬੋਲਚਾਲੀ ਮਾਝੀ ਵਿੱਚ ਉਨ ਕਿਹਾ, ਟਕਸਾਲੀ ਪੰਜਾਬੀ ਵਿੱਚ ਉਸਨੇ ਕਿਹਾ। ਹੁਣ ਅਸੀਂ ਮਾਝੀ ਉਪਭਾਸ਼ਾ ਦੇ ਕੁਝ ਸ਼ਬਦਾਂ ਦਾ ਟਕਸਾਲੀ ਪੰਜਾਬੀ ਵਿੱਚ ਰੂਪਾਂਤਰਨ ਕਰਾਂਗੇ। ਇੱਥੇ ਕੁਝ ਸ਼ਬਦ ਮਾਝੀ ਸ਼ਬਦਾਵਲੀ ਦੇ ਦਿੱਤੇ ਹੋਏ ਹਨ। ਅਸੀਂ ਉਹਨਾਂ ਸ਼ਬਦਾਂ ਦਾ ਟਕਸਾਲੀ ਰੂਪਾਂਤਰ ਕਰਾਂਗੇ। ਜਿਵੇਂ ਸ਼ਬਦ ਹਨ ਗਾੜੀ, ਅੱਗੇ, ਰੁਮਾਨ, ਆਰਾਮ, ਭਾਊ, ਭਾਈ, ਕੂਣਾ, ਬੋਲਣਾ, ਆਂਦਾ, ਆਖਦਾ, ਡਿੱਠਾ, ਵੇਖਿਆ, ਆਪੂ, ਆਪੇ। ਮਾਝੀ ਸ਼ਬਦਾਵਲੀ ਹੈ
ਟੱਲੀ, ਇਸ ਦਾ ਟਕਸਾਲੀ ਰੂਪਾਂਤਰ ਹੈ ਲੀਰ ਜਾਂ ਢਾਕੀ। ਬੁੱਢੀ, ਘਰਵਾਲੀ। ਖੜਨਾ, ਲੈ ਜਾਣਾ। ਮੁੱਢ, ਕੋਲ, ਲਾਗੇ, ਨੇੜੇ। ਵਾਂਢੇ ਟਿੰਡੇ, ਲਾਉਣੇ। ਪੈਸਾ, ਪੈਸਾ। ਸਲੂਣਾ, ਸਬਜ਼ੀ ਭਾਜੀ। ਝਾਈ, ਮਾਂ। 11, 11। ਧਿਆਨੂੰ, ਤੁਹਾਨੂੰ। ਤੁਹਾਡਾ, ਤੁਹਾਡਾ। ਬਹੁਤਾ, ਬਹੁਤਾ। ਨੀਂਦਰਾ, ਨਿਉਂਦਰਾ। ਇਸੇ ਤਰ੍ਹਾਂ ਮਾਝੀ ਦੀ ਸ਼ਬਦਾਵਲੀ ਦਾ ਟਕਸਾਲੀ ਪੰਜਾਬੀ ਵਿੱਚ ਰੂਪਾਂਤਰ ਕਰਨ ਦੇ ਲਈ ਸਾਡੇ ਕੋਲ ਕੁਝ ਹੋਰ ਸ਼ਬਦ ਹਨ, ਜਿਵੇਂ ਤੋੜੀ, ਤੱਕ। ਪਹੂ, ਪਸ਼ੂ। ਕੀ ਕੀਤਾ ਈ, ਤੂੰ ਕੀ ਕੀਤਾ ਹੈ। ਕੀ ਕੀਤਾ ਜੇ, ਤੁਸੀਂ ਕੀਤਾ ਹੈ। ਕੀ ਕੀਤਾ ਨੇ, ਉਹਨਾਂ ਨੇ ਕੀ ਕੀਤਾ ਹੈ। ਜਾਂਦਾ ਏ, ਜਾਂਦਾ ਹੈ। ਜਾਂਦੇ ਨੇ, ਜਾਂਦੇ ਹਨ। ਏਨ, ਇਸ ਨੇ। ਇੰਜ, ਇਉਂ। ਕਿੰਜ, ਕਿਉਂ। ਭਲਕੇ, ਕੱਲ, ਭਾਵ ਆਉਣ ਵਾਲਾ ਕੱਲ। ਉਸ ਕਿਹਾ, ਉਸਨੇ ਕਿਹਾ। ਉਨ ਕਿਹਾ, ਉਹਨਾਂ ਨੇ ਕਿਹਾ। ਕੇਨ ਕਿਹਾ, ਕਿਹਨਾਂ ਨੇ ਕਿਹਾ। ਇਹ ਸਨ ਕੁਝ ਸ਼ਬਦ ਮਾਝੀ ਸ਼ਬਦਾਵਲੀ ਦੇ। ਅਸੀਂ ਇਹਨਾਂ ਸ਼ਬਦਾਂ ਦਾ ਟਕਸਾਲੀ ਰੂਪਾਂਤਰ ਕੀਤਾ ਹੈ। ਅਗਲੀ ਪੰਜਾਬੀ ਉਪ ਬੋਲੀ ਹੈ ਮਲਵਈ। ਮਲਵਈ ਪੰਜਾਬ ਦੇ ਮਾਲਵਾ ਖੇਤਰ ਦੀ ਉਪਭਾਸ਼ਾ ਹੈ। ਮਲਵਈ ਸ਼ਬਦ ਮਾਲਵ ਤੋਂ ਬਣਿਆ ਹੈ। ਮਾਲਵ ਆਰੀਆ ਲੋਕਾਂ ਦੀ ਇੱਕ ਜਾਤੀ ਸੀ। ਇਹ ਬਹੁਤ ਪ੍ਰਾਚੀਨ ਉਪਬੋਲੀ ਹੈ। ਪੁਰਾਣੀ ਵੈਦਿਕ ਭਾਸ਼ਾ ਦੇ ਸ਼ਬਦ ਅੱਜ ਵੀ ਇਸ ਵਿੱਚ ਸੰਭਾਲੇ ਪਏ ਹਨ। ਮਲਵਈ ਉਪਭਾਸ਼ਾ ਵਿੱਚ ਧੁਨੀ ਸੰਗੋੜ ਦੀ ਰੁਚੀ ਬਹੁਤ ਹੈ, ਜਿਸ ਕਰਕੇ ਅਨਾਜ ਨੂੰ ਨਾਜ, ਅਖੰਡ ਪਾਠ ਨੂੰ ਖੰਡ ਪਾਠ, ਇਨਾਮ ਨੂੰ ਨਾਮ ਕਿਹਾ ਜਾਂਦਾ ਹੈ। ਇਸ ਵਿੱਚ ਵਰਨ ਸੱਸੇ ਪੈਰ ਬਿੰਦੀ, ਸ਼ੱਸ਼ਾ ਅਤੇ ਸੱਸੇ ਦਾ ਅੰਤਰ ਵਟਾਂਦਰਾ ਹੁੰਦਾ ਹੈ। ਇਸ ਕਰਕੇ ਛਾਤੀ ਨੂੰ ਛਾਤੀ, ਸ਼ੀਸ਼ੇ ਤੋਂ ਸੱਸੇ ਪੈਰ ਬਿੰਦੀ, ਸੜਕ ਤੋਂ ਸੜਕ, ਸੱਸੇ ਤੋਂ ਸ਼ੀਸ਼ਾ ਵਰਨ, ਸ਼ੁਰੂ ਸ਼ੁਰੂ, ਸੱਸੇ ਪੈਰ ਬਿੰਦੀ ਤੋਂ ਸ਼ੀਸ਼ਾ। ਇਸ ਕਰਕੇ ਇਸ ਦੇ ਵਿੱਚ ਸੱਸੇ ਪੈਰ ਬਿੰਦੀ, ਸ਼ੱਸ਼ਾ ਅਤੇ ਸੱਸੇ ਦਾ ਅੰਤਰ ਵਟਾਂਦਰਾ ਹੁੰਦਾ ਹੈ। ਇਸ ਦੇ ਪੜਨਾਂਵ ਤੁਹਾਨੂੰ, ਤੁਹਾਡਾ, ਤੁਹਾਡਾ ਨਿਵੇਕਲੇ ਹਨ। ਸੰਬੰਧਕਾਂ ਵਿੱਚ ਕਾ, ਕੀ, ਕੇ, ਕਿਆ, ਕੀਆ ਨਿਵੇਕਲੇ ਹਨ। ਮਲਵਈ ਉਪਭਾਸ਼ਾ ਕਿੱਥੇ ਕਿੱਥੇ ਬੋਲੀ ਜਾਂਦੀ ਹੈ? ਇਹ ਜ਼ਿਲ੍ਹਾ ਲੁਧਿਆਣਾ, ਸ਼੍ਰੀ ਮੁਕਤਸਰ ਸਾਹਿਬ, ਫਰੀਦਕੋਟ, ਫਾਜ਼ਿਲਕਾ, ਮੋਗਾ, ਬਠਿੰਡਾ, ਮਾਨਸਾ, ਬਰਨਾਲਾ, ਫਿਰੋਜ਼ਪੁਰ, ਸਿਰਸਾ ਭਾਵ ਹਰਿਆਣਾ, ਸੰਗਰੂਰ, ਫਤਿਹਗੜ੍ਹ ਸਾਹਿਬ ਦਾ ਕੁਝ ਹਿੱਸਾ ਅਤੇ ਪਟਿਆਲੇ ਜ਼ਿਲ੍ਹੇ ਦਾ ਦੱਖਣ ਪੱਛਮੀ ਭਾਗ ਵੀ ਮਾਲਵੇ ਦੇ ਖੇਤਰ ਵਿੱਚ ਆਉਂਦਾ ਹੈ। ਇੱਥੇ ਮਲਵਈ ਉਪਭਾਸ਼ਾ ਬੋਲੀ ਜਾਂਦੀ ਹੈ। ਹੁਣ ਅਸੀਂ ਮਲਵਈ ਉਪਭਾਸ਼ਾ ਦੇ ਕੁਝ ਸ਼ਬਦਾਂ ਦਾ ਟਕਸਾਲੀ ਪੰਜਾਬੀ ਵਿੱਚ ਰੂਪਾਂਤਰ ਕਰਾਂਗੇ। ਇੱਕ ਪਾਸੇ ਮਲਵਈ ਸ਼ਬਦਾਵਲੀ ਹੈ ਅਤੇ ਦੂਸਰੇ ਪਾਸੇ ਟਕਸਾਲੀ ਰੂਪਾਂਤਰ। ਸ਼ਬਦ ਹਨ ਸਦੇਹਾ, ਸਵੇਰੇ, ਸਾਂਝਰੇ, ਤੜਕੇ, ਮਾਖੋ ਚੋੜ,
ਸ਼ਰਾਰਤ, ਜਰਾਂਦ, ਜੇਰਾ ਜਾਂ ਧੀਰਜ, ਤੰਗੇੜ, ਧੱਕਾ, ਸ਼ਹੀ ਦੇਣ, ਛੇਤੀ ਨਾਲ, ਨਕੋਚ, ਨੁਕਸ, ਖਬਣੀ, ਖਬਰ ਨਹੀਂ, ਤੋਕੀ, ਐਤਕੀ, ਘੋਲ, ਸੁਸਤੀ ਜਾਂ ਆਲਸ, ਖੁਣੋ, ਬਿਨਾ, ਥਾਣੀ, ਰਾਹੀਂ, ਐਵੇਂ, ਐਵੇਂ, ਭਾਨੀ, ਚੁਗਲੀ, ਹੁਜਕਾ, ਝਟਕਾ, ਬੱਬਰ, ਢਿੱਡ, 25, 25, ਕਚਾਨੀ, ਚਲਾਕੀ, ਕੇਰਾਂ, ਇੱਕ ਵੇਰਾ, ਮਖਿਆ, ਮੈਂ ਆਖਿਆ, ਜਮਾਈ, ਉਕਾਈ। ਅਗਲੀ ਉਪਭਾਸ਼ਾ ਦਾ ਨਾਂ ਹੈ ਪੁਆਧੀ। ਪੁਆਧੀ ਪੰਜਾਬ ਦੇ ਪੁਆਧ ਇਲਾਕੇ ਦੀ ਉਪਭਾਸ਼ਾ ਹੈ। ਪੁਆਧ ਦਾ ਭਾਵ ਚੜ੍ਹਦੇ ਵਾਲੇ ਪਾਸੇ ਦਾ ਅੱਧਾ ਹਿੱਸਾ। ਪੁਆਧ ਪੰਜਾਬ ਦੇ ਪੂਰਬੀ ਭਾਗ ਨੂੰ ਵੀ ਕਿਹਾ ਜਾਂਦਾ ਹੈ। ਪੁਆਧ ਨੂੰ ਪਹਾੜ ਦੇ ਪੈਰਾਂ ਦਾ ਇਲਾਕਾ ਵੀ ਕਿਹਾ ਜਾਂਦਾ ਹੈ। ਇਸ ਦੇ ਖੇਤਰ ਵਿੱਚ ਜ਼ਿਲ੍ਹਾ ਰੂਪਨਗਰ ਭਾਵ ਰੋਪੜ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਪਟਿਆਲੇ ਦਾ ਪੂਰਬੀ ਹਿੱਸਾ, ਸੰਗਰੂਰ ਦੇ ਮਲੇਰਕੋਟਲੇ ਵੱਲ ਦਾ ਖੇਤਰ, ਫਤਿਹਗੜ੍ਹ ਸਾਹਿਬ ਦਾ ਪੂਰਬੀ ਹਿੱਸਾ, ਹਰਿਆਣੇ ਵਿੱਚ ਅੰਬਾਲੇ ਦਾ ਪੱਛਮੀ ਹਿੱਸਾ, ਨਾਲਾਗੜ੍ਹ ਦਾ ਪਿਛਲਾ ਪਾਸਾ, ਸਤਲੁਜ ਨਾਲ ਲੱਗਦੀ ਜ਼ਿਲ੍ਹਾ ਲੁਧਿਆਣੇ ਦੀ ਗੁੱਠ ਅਤੇ ਜੀਂਦ ਦੇ ਕੁਝ ਪਿੰਡ ਸ਼ਾਮਿਲ ਹਨ। ਜ਼ਿਲ੍ਹਾ ਲੁਧਿਆਣੇ ਵੱਲ ਵਹਿੰਦੇ ਦਰਿਆ ਤੋਂ ਲੈ ਕੇ ਘੱਗਰ ਤੱਕ ਪੁਆਧੀ ਉਪਭਾਸ਼ਾ ਦਾ ਖੇਤਰ ਹੈ। ਪੁਆਧੀ ਵਿੱਚ ਪੰਜਾਬੀ ਦੀਆਂ ਤਿੰਨੇ ਸੁਰਾਂ ਮਿਲਦੀਆਂ ਹਨ। ਇਸ ਦੇ ਕਈ ਸ਼ਬਦਾਂ ਦੇ ਅੰਤ ਅਤੇ ਵਿਚਕਾਰ ਹਾਹਾ ਧੁਨੀ ਦਾ ਪੂਰਾ ਉਚਾਰਨ ਹੁੰਦਾ ਹੈ। ਇਸ ਵਿੱਚ ਬਾਂਗਰੂ ਅਤੇ ਮਲਵਈ ਦਾ ਰਲਾ ਹੋਣ ਕਰਕੇ ਦੁਭਾਸ਼ਿਕ ਦੁਸੰਧੀ ਸ਼ਬਦ ਬਹੁਤ ਹਨ, ਜਿਵੇਂ ਬਿਚਮਾ, ਹਮਾਨੂ, ਮਾਨੂ, ਥਾਨੂ ਆਦਿ। ਇਸ ਦੇ ਸੰਬੰਧਕ ਵੀ ਵਿਸ਼ੇਸ਼ ਹਨ, ਜਿਵੇਂ ਨਾਲੇ ਕੇ, ਗੈਲ ਗੈਲ, ਕਸਬੇ ਕੇ, ਲਵੇ ਜਹਾਂ, ਤੀ, ਤੀਆਂ, ਤਾ, ਤੇ ਇਸ ਦੀਆਂ ਨਿਵੇਕਲੀਆਂ ਸਹਾਇਕ ਕਿਰਿਆਵਾਂ ਹਨ। ਹੁਣ ਅਸੀਂ ਪੁਆਧੀ ਸ਼ਬਦਾਵਲੀ ਦਾ ਟਕਸਾਲੀ ਪੰਜਾਬੀ ਵਿੱਚ ਰੂਪਾਂਤਰ ਕਰਾਂਗੇ। ਜਿਵੇਂ ਪੁਆਧੀ ਸ਼ਬਦਾਵਲੀ ਦਾ ਸ਼ਬਦ ਹੈ ਬਿਚਮਾ, ਇਸ ਸ਼ਬਦ ਦਾ ਟਕਸਾਲੀ ਰੂਪਾਂਤਰ ਹੈ ਵਿੱਚ। ਅਗਲੇ ਸ਼ਬਦ ਹਨ ਕਾਸਮਾਂ, ਕਿਸ ਵਿੱਚ, ਗੈਲ ਗੈਲ, ਨਾਲ ਨਾਲ, ਵੀ, ਵੀ, ਸਵਾਰ, ਅਸਵਾਰ, ਕਹਿਮਾ, ਕਿਨਵਾਂ, ਥਾਨੂ, ਤੈਨੂੰ, ਇਹਾਂ, ਇੱਥੇ, ਇਉਂ, ਇਵੇਂ, ਇਬ, ਹੁਣ, ਇਥਕੇ, ਐਤਕੀ, ਤੋਕੀ, ਐਤਕੀ, ਕਾਤੇ, ਕਿਉਂ, ਛੋਕਰੀ, ਲੜਕੀ, ਥਮਾਨੂ, ਤੈਨੂੰ, ਥਮੇ, ਤੁਸੀਂ। ਹੁਣ ਅਸੀਂ ਕੁਝ ਹੋਰ ਸ਼ਬਦ ਦੇਖਾਂਗੇ ਅਤੇ ਉਹਨਾਂ ਸ਼ਬਦਾਂ ਦਾ ਪੁਆਧੀ ਸ਼ਬਦਾਵਲੀ ਤੋਂ ਟਕਸਾਲੀ ਪੰਜਾਬੀ ਵਿੱਚ ਰੂਪਾਂਤਰ ਕਰਾਂਗੇ। ਸ਼ਬਦ ਹਨ ਥਾਰੇ, ਤੁਹਾਡੇ, ਸਾਨੇ, ਅਸਾਨੇ, ਕਿੱਕਾਂ, ਕਿਸ ਦਾ, ਕਿਨੂੰ, ਕਿਸ ਨੂੰ, ਜਾਹਾ, ਜਾਂਦਾ ਹੈ, ਖਾਹਾ, ਖਾਂਦਾ ਹੈ, ਕੋਗਲ, ਕਦੋਂ, ਤੀਵੀਂ, ਤੀਵੀ, ਊਹਾਂ, ਉੱਥੇ, ਗੋਰੂ, ਡੰਗਰ ਜਾਂ ਪਸ਼ੂ, ਬੂਝਾ, ਬੱਚਾ, ਗੈਂ, ਗਾਂ,
ਬਾਸਣ, ਭਾਂਡੇ ਜਾਂ ਬਰਤਨ। ਥੋੜ, ਥਾਂ, ਭੱਤ, ਚੌਲ। ਇਹ ਸੀ ਪੁਆਧੀ ਉਪਬੋਲੀ, ਜਿਸ ਦੇ ਸ਼ਬਦਾਂ ਦਾ ਅਸੀਂ ਟਕਸਾਲੀ ਪੰਜਾਬੀ ਵਿੱਚ ਰੂਪਾਂਤਰ ਕੀਤਾ ਹੈ। ਹੁਣ ਅਸੀਂ ਦੁਆਬੀ ਉਪਬੋਲੀ ਬਾਰੇ ਗੱਲਬਾਤ ਕਰਾਂਗੇ। ਦੁਆਬ ਫਾਰਸੀ ਭਾਸ਼ਾ ਦਾ ਸ਼ਬਦ ਹੈ। ਆਬ ਦਾ ਅਰਥ ਹੈ ਪਾਣੀ, ਭਾਵ ਦੋ ਪਾਣੀਆਂ ਦੀ ਧਰਤੀ ਜਾਂ ਦੋ ਦਰਿਆਵਾਂ ਦੇ ਵਿਚਕਾਰ ਦਾ ਇਲਾਕਾ। ਇਹ ਦੋ ਦਰਿਆ ਸਤਲੁਜ ਅਤੇ ਬਿਆਸ ਹਨ। ਦੁਆਬੀ ਪੰਜਾਬ ਦੇ ਦੁਆਬਾ ਇਲਾਕੇ ਦੀ ਬੋਲੀ ਹੈ। ਜ਼ਿਲ੍ਹਾ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਦੁਆਬੀ ਉਪਭਾਸ਼ਾ ਬੋਲੀ ਜਾਂਦੀ ਹੈ। ਦੁਆਬੀ ਉੱਪਰ ਇਸ ਦੀਆਂ ਗੁਆਂਢੀ ਉਪਭਾਸ਼ਾਵਾਂ ਮਾਝੀ ਤੇ ਮਲਵਈ ਦਾ ਕਾਫੀ ਪ੍ਰਭਾਵ ਹੈ। ਦੁਆਬੀ ਵਿੱਚ ਵਊਆ ਧੁਨੀ ਦੀ ਥਾਂ ਬੱਬਾ ਧੁਨੀ ਦਾ ਉਚਾਰਨ ਕਰਨਾ ਇਸ ਦਾ ਵਿਸ਼ੇਸ਼ ਲੱਛਣ ਹੈ। ਜਿਵੇਂ ਪਹਿਲਾ ਵਾਕ ਹੈ, ਦੁਆਬੀ ਉਪਭਾਸ਼ਾ ਵਿੱਚ ਬਰਿਆਮ ਸਿੰਘ ਵੱਲੋਂ ਸੇਵਾ ਕੀਤੀ ਗਈ। ਇਸ ਦਾ ਟਕਸਾਲੀ ਰੂਪਾਂਤਰਨ ਹੈ, ਵਰਿਆਮ ਸਿੰਘ ਵੱਲੋਂ ਸੇਵਾ ਕੀਤੀ ਗਈ। ਦੁਆਬੀ ਦੀ ਵਾਕ ਬਣਤਰ ਵਿੱਚ ਕਿਰਿਆਵਾਂ ਅਤੇ ਸਹਾਇਕ ਕਿਰਿਆਵਾਂ ਦੀ ਵਰਤੋਂ ਵੀ ਨਿਵੇਕਲੀ ਹੈ। ਜਿਵੇਂ ਦੂਸਰਾ ਵਾਕ ਹੈ, ਦੁਆਬੀ ਉਪਭਾਸ਼ਾ ਵਿੱਚ ਮੇਰਾ ਭਰਾ ਅਤੇ ਚਾਚਾ ਗਏ ਹੋਏ ਆ। ਇਸ ਵਾਕ ਦਾ ਟਕਸਾਲੀ ਰੂਪਾਂਤਰਨ ਹੈ, ਮੇਰਾ ਭਰਾ ਅਤੇ ਚਾਚਾ ਗਏ ਹੋਏ ਹਨ। ਤੀਸਰਾ ਵਾਕ ਵੀ ਦੁਆਬੀ ਦੀ ਵਾਕ ਬਣਤਰ ਵਿੱਚ ਕਿਰਿਆਵਾਂ ਅਤੇ ਸਹਾਇਕ ਕਿਰਿਆਵਾਂ ਦੀ ਉਦਾਹਰਣ ਹੈ। ਤੀਸਰਾ ਵਾਕ ਹੈ, ਦੇਖਾਂ ਕਿੱਦਾਂ ਫਾਹਾ ਵੱਢਦਾ ਆ। ਇਸ ਵਾਕ ਦਾ ਟਕਸਾਲੀ ਰੂਪਾਂਤਰ ਹੈ, ਵੇਖ ਤਾਂ ਕਿਸ ਤਰ੍ਹਾਂ ਫਾਹਾ ਵੱਢਦਾ ਹੈ। ਇਸ ਤੋਂ ਇਲਾਵਾ ਦੁਆਬੀ ਉਪਭਾਸ਼ਾ ਵਿੱਚ ਕਰਤਰੀਵਾਚ ਅਤੇ ਭਾਵਵਾਚ ਵਿੱਚ ਵੀ ਉੱਭਰਵਾਂ ਫਰਕ ਹੈ। ਜਿਵੇਂ ਸ਼ਬਦ ਹੈ ਕਰੇਂਦਾ, ਇਹ ਪੋਠੋਹਾਰੀ ਉਪਭਾਸ਼ਾ ਦਾ ਸ਼ਬਦ ਹੈ। ਕਰੀਦਾ ਸ਼ਬਦ ਮਲਵਈ ਉਪਭਾਸ਼ਾ ਦਾ ਹੈ ਅਤੇ ਕਰ ਨਹੀਂ ਹੁੰਦਾ, ਇਹ ਸ਼ਬਦ ਦੁਆਬੀ ਉਪਭਾਸ਼ਾ ਦੇ ਹਨ। ਹੁਣ ਅਸੀਂ ਦੁਆਬੀ ਸ਼ਬਦਾਵਲੀ ਦਾ ਟਕਸਾਲੀ ਪੰਜਾਬੀ ਵਿੱਚ ਰੂਪਾਂਤਰ ਦੇਖਾਂਗੇ। ਇੱਕ ਪਾਸੇ ਦੁਆਬੀ ਸ਼ਬਦਾਵਲੀ ਦੇ ਸ਼ਬਦ ਹਨ ਅਤੇ ਦੂਸਰੇ ਪਾਸੇ ਟਕਸਾਲੀ ਸ਼ਬਦਾਵਲੀ ਦੇ ਸ਼ਬਦ ਹਨ। ਕੇ, ਕਿਉ, ਪੇ, ਪਿਓ, ਦੇ, ਦਿਓ, ਬੀਹੀ, ਵੀਵਾਂ, ਜਨੇਤ, ਜੰਝ, ਪੱਛੋਂ, ਪੱਛਮ, ਲਵੇਂਗਾ, ਲਵੇਂਗਾ, ਗੋਲੂ, ਗੋਲਾ, ਚੋ, ਜਲ ਧਾਰ, ਜੰਮਣ, ਜਾਗ ਭਾਵ ਦਹੀਂ ਲਈ, ਨੇਂਦਾ, ਨਿਉਂਦਰਾ, ਜਿੱਦਣ, ਜਦੋਂ, ਕਿੱਦਣ, ਕਦੋਂ, ਚੱਕ, ਚੁੱਕ, ਪੱਟ, ਪੁੱਟ, ਭਾਬੀ, ਮਾਂ। ਹੁਣ ਅਸੀਂ ਕੁਝ ਹੋਰ ਸ਼ਬਦ ਦੇਖਾਂਗੇ। ਉਹਨਾਂ ਸ਼ਬਦਾਂ ਦਾ ਦੁਆਬੀ ਸ਼ਬਦਾਵਲੀ ਤੋਂ ਟਕਸਾਲੀ ਪੰਜਾਬੀ ਵਿੱਚ ਰੂਪਾਂਤਰ ਕਰਾਂਗੇ। ਸ਼ਬਦ ਹਨ ਗੱਬੇ, ਦਰਮਿਆਨ, ਲੱਜਣਾ, ਲੱਭਣਾ, ਕਿੱਦਾਂ, ਕਿਵੇਂ, ਰੀਣਕੂ, ਭੋਰਾ ਭਰ, ਤਮੂੜੀ, ਭਰਿੰਡ, ਤੌੜੀ, ਮਟਕੀ, ਮੁੱਲ ਜ਼ਿਆਦਾ ਆ, ਮੁੱਲ ਜ਼ਿਆਦਾ ਹੈ,
ਜਿੱਦਾਂ, ਜਿਵੇਂ। ਤੁਹਾਡਾ, ਤੁਹਾਡਾ। ਭੇਂ ਕੇ, ਭਿਉਂ ਕੇ। ਸੀਗਾ, ਸੀ, ਸੀਗੇ। ਸਨ, ਖਾਊਂਗਾ, ਖਾਵਾਂਗਾ। ਜਾਊਂਗਾ, ਜਾਵਾਂਗਾ। ਨੋਹਾਂ, ਨੂੰਹ। ਉਧਾਰ, ਉਧਾਰ। ਇਹ ਸੀ ਦੁਆਬੀ ਉਪਭਾਸ਼ਾ ਜਾਂ ਉਪਬੋਲੀ, ਜਿਸ ਦੇ ਸ਼ਬਦਾਂ ਦਾ ਅਸੀਂ ਟਕਸਾਲੀ ਪੰਜਾਬੀ ਦੇ ਵਿੱਚ ਰੂਪਾਂਤਰਨ ਕੀਤਾ ਹੈ। ਇਹ ਸਨ 11ਵੀਂ ਜਮਾਤ ਦੇ 94ਵੀਂ ਪੰਜਾਬੀ ਵਿਸ਼ੇ ਦੇ ਪਾਠਕ੍ਰਮ ਵਿੱਚ ਸ਼ਾਮਿਲ ਪੰਜਾਬੀ ਭਾਸ਼ਾ ਬੋਧ ਪਾਠ ਪੁਸਤਕ ਵਿੱਚ ਦਰਜ ਪੰਜਾਬੀ ਦੀਆਂ ਉਪਬੋਲੀਆਂ, ਮਾਝੀ, ਮਲਵਈ, ਪੁਆਧੀ ਅਤੇ ਦੁਆਬੀ ਸ਼ਬਦਾਵਲੀ ਦਾ ਪੰਜਾਬੀ ਰੂਪਾਂਤਰਨ। ਅਜੋਕੇ ਪੰਜਾਬ ਵਿੱਚ ਆਵਾਜਾਈ ਅਤੇ ਸੰਚਾਰ ਸਾਧਨਾਂ ਦੇ ਉੱਨਤ ਹੋਣ ਕਾਰਨ ਵੱਖ-ਵੱਖ ਖੇਤਰਾਂ ਦੇ ਲੋਕਾਂ ਦਾ ਆਪਸੀ ਮੇਲ ਜੋਲ ਕਾਫੀ ਵੱਧ ਗਿਆ ਹੈ, ਜਿਸ ਕਾਰਨ ਪੰਜਾਬੀ ਦੀਆਂ ਉਪਭਾਸ਼ਾਵਾਂ ਦੇ ਉਘੜਵੇਂ ਅੰਤਰ ਅਤੇ ਵਖਰੇਵੇਂ ਮੱਧਮ ਪੈ ਗਏ ਹਨ। ਧੰਨਵਾਦ।